ਹੈਲੋ ਸਟੂਡੈਂਟਸ, ਅੱਜ ਆਪਾਂ 9th ਕਲਾਸ ਪੰਜਾਬੀ ਦੇ ਵਿੱਚ ਜਿਹੜੀ ਜੀਵਨੀ ਪਿਛਲੀ ਕਲਾਸ ਦੇ ਵਿੱਚ ਆਪਾਂ ਪੜ੍ਹੀ ਸੀ, ਪੁਲਾੜ ਪਰੀ ਕਲਪਨਾ ਚਾਵਲਾ, ਅੱਜ ਆਪਾਂ ਉਸ ਦੇ ਪ੍ਰਸ਼ਨ ਉੱਤਰ ਕਰਾਂਗੇ। ਹਾਂਜੀ, ਕਲਪਨਾ ਚਾਵਲਾ ਦਾ ਜਨਮ ਕਦੋਂ ਹੋਇਆ? 1 ਜੁਲਾਈ 1961 ਵਿੱਚ। ਕਲਪਨਾ ਚਾਵਲਾ ਨੂੰ ਸਾਰੇ ਪਿਆਰ ਨਾਲ ਕੀ ਕਹਿੰਦੇ ਸਨ? ਮੋਂਟੂ। ਕਲਪਨਾ ਚਾਵਲਾ ਘਰ ਦੀ ਛੱਤ ਉੱਤੇ ਲੇਟੇ ਲੇਟੇ ਕਿਹੜੀ ਰਹੱਸਮਈ ਦੁਨੀਆ ਬਾਰੇ ਸੋਚਦੀ ਰਹਿੰਦੀ ਸੀ? ਕਿਹੜੀ ਦੁਨੀਆ ਬਾਰੇ ਸੋਚਦੀ ਸੀ? ਚੰਨ ਤਾਰਿਆਂ ਦੀ। ਕਲਪਨਾ ਨੇ ਸਪੇਸ ਸ਼ਟਲ ਦਾ ਮਾਡਲ ਕਿਸ ਜਮਾਤ ਵਿੱਚ ਬਣਾਇਆ ਸੀ? ਚੌਥੀ ਜਮਾਤ ਵਿੱਚ। ਕਲਪਨਾ ਚਾਵਲਾ ਨੇ ਪੁਸ਼ਪਕ ਵਿਮਾਨ ਉਡਾਉਣਾ ਅਤੇ ਗਲਾਈਡਿੰਗ ਕਿੱਥੇ ਸਿੱਖੀ ਸੀ? ਫਲਾਇੰਗ ਕਲੱਬ ਕਰਨਾਲ ਤੋਂ। ਕਲਪਨਾ ਚਾਵਲਾ ਕੀ ਬਣ ਕੇ ਆਪਣਾ ਸੁਪਨਾ ਸਾਕਾਰ ਕਰਨਾ ਚਾਹੁੰਦੀ ਸੀ? ਸਪੇਸ ਇੰਜੀਨੀਅਰ। ਸਪੇਸ ਇੰਜੀਨੀਅਰ ਕੀ ਹੁੰਦਾ? ਜਦੋਂ ਆਪਾਂ ਧਰਤੀ ਤੋਂ ਆਪਾਂ ਉੱਪਰ ਚੰਨ ਤਾਰਿਆਂ ਦੁਨੀਆ ਵਿੱਚ ਜਿਸ ਵਿਮਾਨ ਰਾਹੀਂ ਜਾਂਦੇ ਹਾਂ, ਉਹ ਸਪੇਸ ਇੰਜੀਨੀਅਰ। ਉਸ ਜਹਾਜ਼ ਵਿੱਚ ਬੈਠ ਕੇ, ਰੋਕਟ ਵਿੱਚ ਬੈਠ ਕੇ ਉੱਥੋਂ ਦੀ ਇੰਜੀਨੀਅਰ ਬਣਨਾ ਚਾਹੁੰਦੀ ਸੀ, ਉਸ ਰੋਕਟ ਜਹਾਜ਼ ਦੀ। ਕਲਪਨਾ ਚਾਵਲਾ ਐਸਟਰੋ ਸੁਸਾਇਟੀ ਦੇ ਕਿਸ ਅਹੁਦੇ ਲਈ ਚੁਣੀ ਗਈ? ਸਕੱਤਰ ਦੇ ਅਹੁਦੇ ਲਈ ਚੁਣੀ ਗਈ। ਕਲਪਨਾ ਚਾਵਲਾ ਕੁੜੀਆਂ ਨੂੰ ਕੀ ਦੇਣ ਦੇ ਹੱਕ ਵਿੱਚ ਸੀ? ਉੱਚ ਸਿੱਖਿਆ। ਕਲਪਨਾ ਚਾਵਲਾ ਨੇ ਮਾਸਟਰ ਇਨ ਐਰੋਨਾਟੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਿੱਥੋਂ ਕੀਤੀ? ਟੈਕਸਾਸ ਯੂਨੀਵਰਸਿਟੀ, ਅਮਰੀਕਾ ਤੋਂ। ਉਹਨੇ ਮਾਸਟਰ ਦੀ ਡਿਗਰੀ ਕਿੱਥੋਂ ਕੀਤੀ ਸੀ? ਅਮਰੀਕਾ ਤੋਂ। ਕਲਪਨਾ ਚਾਵਲਾ ਨੇ ਨਾਸਾ ਵਿੱਚ ਕਦੋਂ ਕੰਮ ਕਰਨਾ ਸ਼ੁਰੂ ਕੀਤਾ? 1988 ਵਿੱਚ। ਕਲਪਨਾ ਚਾਵਲਾ ਆਪਣੇ ਜੀਵਨ ਦੇ ਪਹਿਲੇ ਧਰਤੀ ਦੁਆਲੇ ਯਾਤਰਾ ਮਿਸ਼ਨ ਵਿੱਚ ਸਪੇਸ ਸ਼ਟਲ ਦੀ ਮੈਂਬਰ ਕਦੋਂ ਚੁਣੀ ਗਈ? 1996 ਵਿੱਚ। ਹਾਂਜੀ, ਪਹਿਲਾ ਮਿਸ਼ਨ ਸੀ ਜਦੋਂ ਪਹਿਲੀ ਵਾਰ ਗਈ ਸੀ ਉਹ ਸਪੇਸ ਵਿੱਚ। ਮਿਸ਼ਨ STS-87 ਕਦੋਂ ਸ਼ੁਰੂ ਹੋਇਆ? 19 ਨਵੰਬਰ 1997 ਨੂੰ। ਕਲਪਨਾ ਚਾਵਲਾ ਨੇ ਪੁਲਾੜ ਵਿੱਚੋਂ ਕਿਹੜੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਸੀ? ਜਦੋਂ ਉਹ ਪਹਿਲੀ ਵਾਰ ਪੁਲਾੜ ਵਿੱਚ ਜਾ ਰਹੀ ਸੀ ਤਾਂ ਉਸ ਵੇਲੇ ਭਾਰਤ ਦੇ ਕਿਹੜੇ ਪ੍ਰਧਾਨ ਮੰਤਰੀ ਸਨ? ਸ਼੍ਰੀ ਇੰਦਰ ਕੁਮਾਰ ਗੁਜਰਾਲ। ਤਾਂ ਉਸ ਨੇ ਉਸ ਰੋਕਟ ਵਿੱਚੋਂ ਬੈਠ ਕੇ, ਜਹਾਜ਼ ਵਿੱਚ ਬੈਠ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਸੀ, ਸ਼੍ਰੀ ਇੰਦਰ ਕੁਮਾਰ ਗੁਜਰਾਲ। ਸ਼੍ਰੀ ਰਕੇਸ਼ ਸ਼ਰਮਾ ਪੁਲਾੜ ਵਿੱਚ ਕਦੋਂ ਗਏ ਸਨ? ਸਭ ਤੋਂ ਪਹਿਲਾਂ ਸ਼੍ਰੀ ਰਕੇਸ਼ ਸ਼ਰਮਾ ਗਏ ਸੀ ਭਾਰਤ ਦੇ ਵਿਗਿਆਨੀ, ਉਹ ਗਏ ਸੀ 1984 ਵਿੱਚ। ਮਿਸ਼ਨ STS-87 ਤੋਂ ਬਾਅਦ ਕਲਪਨਾ ਚਾਵਲਾ ਨੂੰ ਕਿਹੜਾ ਰੁਤਬਾ ਮਿਲ ਗਿਆ? ਤਕਨੀਕੀ ਮਾਹਰ ਦਾ। ਤਕਨੀਕੀ ਮਾਹਰ ਦਾ ਮਤਲਬ ਕੋਈ ਵੀ ਚੀਜ਼ ਦੇ ਵਿੱਚ ਖਰਾਬੀ ਹੋਵੇ ਉਹਨੂੰ ਠੀਕ ਕਰਨ ਦਾ, ਟੈਕਨੀਕਲ ਪ੍ਰੋਬਲਮ ਹੋਵੇ ਉਹਨੂੰ ਠੀਕ ਕਰਨ, ਤਕਨੀਕੀ ਮਾਹਰ ਦਾ ਉਸਨੂੰ ਰੁਤਬਾ ਹਾਸਲ ਹੋਇਆ। ਕਿਉਂਕਿ ਪਹਿਲਾਂ ਤਾਂ ਉਸਨੇ ਟ੍ਰੇਨਿੰਗ ਲਿੱਤੀ, ਫਿਰ ਜਦੋਂ ਇੱਕ ਵਾਰੀ ਉਹ ਜਾਇਆ ਹੀ ਤਾਂ ਉਸ ਨੂੰ ਤਕਨੀਕੀ ਮਾਹਰ ਦਾ ਦਰਜਾ ਹਾਸਲ ਹੋ ਗਿਆ। ਪੁਲਾੜ ਵਿੱਚ ਹੁੰਦਿਆਂ ਕਲਪਨਾ ਚਾਵਲਾ ਆਪਣੇ ਆਪ ਨੂੰ ਕਿਸ ਦੁਨੀਆ ਦੀ ਰਹਿਣ ਵਾਲੀ ਸਮਝਦੀ ਸੀ? ਉਹ ਇਹ ਸੋਚਦੀ ਸੀ ਵੀ ਮੈਂ ਧਰਤੀ ਤੋਂ ਤਾਂ ਆਈ ਨਹੀਂ, ਮੈਂ ਕਿੱਥੋਂ ਦੀ ਲੱਗਦੀ ਹਾਂ? ਮੈਂ ਤਾਰਿਆਂ ਦੀ ਦੁਨੀਆ ਦੀ ਰਹਿਣ ਵਾਲੀ ਲੱਗਦੀ ਹਾਂ। ਜਦੋਂ ਪੁਲਾੜ ਵਿੱਚ ਜਦੋਂ ਉੱਪਰ 'ਚ ਗਈ ਉਹ। ਕਲਪਨਾ ਚਾਵਲਾ ਜਿਹੜਾ ਦੂਸਰਾ ਮਿਸ਼ਨ ਸੀ STS-107 ਦੇ ਕੰਮ ਨੂੰ ਪੂਰਾ ਕਰਨ ਲਈ ਕੋਲੰਬੀਆ ਜਹਾਜ਼ ਰਾਹੀਂ ਪੁਲਾੜ ਵਿੱਚ ਕਦੋਂ ਪਹੁੰਚੀ ਸੀ ਉਹ? 16 ਜਨਵਰੀ 2003 ਨੂੰ। 16 ਜਨਵਰੀ 2003 ਨੂੰ। ਮਿਸ਼ਨ STS, ਇਹ ਬੇਟੇ ਤੁਸੀਂ ਧਿਆਨ 'ਚ ਰੱਖਣਾ ਹੈ, ਜਦੋਂ ਪਹਿਲੀ ਵਾਰ ਗਈ ਸੀ ਉਦੋਂ ਮਿਸ਼ਨ ਸੀ STS-87 ਅਤੇ ਦੂਸਰੀ ਵਾਰ ਜਦੋਂ ਗਈ ਸੀ ਉਦੋਂ ਮਿਸ਼ਨ ਕਿਹੜਾ ਸੀ? STS-107। ਉਦੋਂ ਗਈ ਸੀ 16 ਜਨਵਰੀ 2003 ਨੂੰ। STS-107 ਰਾਹੀਂ ਕਲਪਨਾ ਚਾਵਲਾ ਅਤੇ ਉਸਦੇ ਕਿੰਨੇ ਸਾਥੀਆਂ ਵਿਗਿਆਨੀਆਂ ਨੇ ਰਹੱਸਾਂ ਦੀ ਜਾਣਕਾਰੀ ਲਈ ਕਿੰਨੇ ਪ੍ਰਯੋਗ ਕੀਤੇ ਸੀ? ਜਿਸ ਕੰਮ ਵਾਸਤੇ ਗਏ ਸੀ ਤਕਰੀਬਨ 80 ਪ੍ਰਯੋਗ। ਮਿਸ਼ਨ STS-107 ਦੌਰਾਨ ਕਲਪਨਾ ਚਾਵਲਾ ਕਿੰਨੇ ਦਿਨ ਪੁਲਾੜ ਵਿੱਚ ਰਹੀ? ਕਿੰਨੇ ਦਿਨ ਰਹੀ ਸੀ ਪੁਲਾੜ 'ਚ? 16 ਦਿਨ। ਕਲਪਨਾ ਚਾਵਲਾ ਮਿਸ਼ਨ STS-107 ਦੇ ਕੋਲੰਬੀਆ ਜਹਾਜ਼ ਰਾਹੀਂ ਕਦੋਂ ਧਰਤੀ ਵੱਲ ਪਰਤਣ ਲਈ ਪੁਲਾੜ ਤੋਂ ਰਵਾਨਾ ਹੋਈ? ਕਦੋਂ ਹੋਈ ਸੀ? 1 ਫਰਵਰੀ 2003। 16 ਜਨਵਰੀ 2003 ਨੂੰ ਉੱਥੇ ਪਹੁੰਚੀ ਸੀ ਕਿ 1 ਫਰਵਰੀ 16 ਦਿਨ ਉੱਥੇ ਰਹਿਣ ਤੋਂ ਬਾਅਦ 1 ਫਰਵਰੀ 2003 ਨੂੰ ਉੱਥੋਂ ਵਾਪਸ ਚੱਲ ਪਈ। ਕੋਲੰਬੀਆ ਯਾਨ ਧਰਤੀ ਵਾਯੂਮੰਡਲ ਵਿੱਚ ਦਾਖਲ ਹੋਣ ਤੋਂ ਕਿੰਨੇ ਮਿੰਟ ਪਹਿਲਾਂ ਖਰਾਬ ਹੋ ਗਿਆ? ਹਾਲੇ ਉੱਪਰੋਂ ਜਦੋਂ ਆ ਰਹੇ ਸੀ, ਨੀਚੇ ਨੂੰ ਆ ਰਹੇ ਸੀ ਤਾਂ ਧਰਤੀ ਦੇ ਵਾਯੂਮੰਡਲ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਦਾ ਜਿਹੜਾ ਜਹਾਜ਼ ਸੀ, ਯਾਨ ਸੀ ਜਿਸ 'ਤੇ ਆ ਰਹੇ ਸੀ, ਉਹ ਖਰਾਬ ਹੋ ਗਿਆ। ਕਿੰਨੇ ਮਿੰਟ ਪਹਿਲਾਂ ਖਰਾਬ ਹੋ ਗਿਆ ਸੀ? 16 ਮਿੰਟ ਪਹਿਲਾਂ। ਕੋਲੰਬੀਆ ਯਾਨ ਕਿੰਨੇ ਵਜੇ ਤੇ ਕਦੋਂ ਤਬਾਹ ਹੋ ਗਿਆ? ਕਿੰਨੇ ਵਜੇ ਹੋਇਆ? 1 ਫਰਵਰੀ 2003। ਦੇਖੋ 1 ਫਰਵਰੀ ਨੂੰ ਉੱਥੋਂ ਚੱਲੇ ਉਹ, ਅਤੇ 1 ਫਰਵਰੀ ਨੂੰ ਸ਼ਾਮ ਨੂੰ 7:30 ਵਜੇ ਉਹ ਖਰਾਬ ਅਤੇ ਤਬਾਹ ਹੋ ਗਿਆ। ਕਲਪਨਾ ਚਾਵਲਾ ਨਾਲ ਹੋਰ ਕਿੰਨੇ ਵਿਗਿਆਨੀ ਪੁਲਾੜ ਵਿੱਚ ਅਭੇਦ ਹੋ ਗਏ? ਕਲਪਨਾ ਚਾਵਲਾ ਦੇ ਨਾਲ ਕਿੰਨੇ ਗਏ ਸੀ ਹੋਰ ਵਿਗਿਆਨੀ? 6 ਵਿਗਿਆਨੀ। ਟੋਟਲ 7 ਜਾਣੇ ਸੀ
ਕਲਪਨਾ ਚਾਵਲਾ ਦੇ ਨਾਲ ਕਿੰਨੇ ਗਏ ਸੀ? 6 ਹੋਰ ਵਿਗਿਆਨੀ। ਹਾਂਜੀ, ਕਲਪਨਾ ਚਾਵਲਾ ਦੀ ਆਪਣੀ ਮਰਨ ਸੰਬੰਧੀ ਸੁਭਾਵਕ ਕਈ ਗੱਲ, ਕਿਹੜੀ ਗੱਲ ਸੱਚ ਹੋ ਨਿਬੜੀ? ਪੁਲਾੜ ਵਿੱਚ ਮਰਨ ਦੀ। ਕਿਉਂਕਿ ਉਹ ਹਮੇਸ਼ਾ ਹੀ ਕਹਿੰਦੀ ਸੀ ਵੀ ਮੈਂ ਚਾਹੁੰਦੀ ਹਾਂ ਜਦੋਂ ਵੀ ਮੇਰੀ ਮੌਤ ਆਵੇ ਤਾਂ ਮੈਂ ਪੁਲਾੜ ਵਿੱਚ ਹੀ ਮਰਾਂ, ਅਤੇ ਉਸ ਦੀ ਇਹ ਗੱਲ ਸੱਚ ਸਾਬਤ ਹੋਈ। ਕਲਪਨਾ ਚਾਵਲਾ ਦੀ ਯਾਦ ਵਿੱਚ ਕਿਸ ਸਰਕਾਰ ਨੇ ਕਲਪਨਾ ਚਾਵਲਾ ਤਾਰਾ ਮੰਡਲ ਦੀ ਸਥਾਪਨਾ ਕੀਤੀ? ਹਰਿਆਣਾ ਸਰਕਾਰ ਨੇ। ਕਿਉਂ ਕੀਤੀ ਸੀ? ਕਿਉਂਕਿ ਉਹ ਹਰਿਆਣੇ ਦੀ ਰਹਿਣ ਵਾਲੀ ਸੀ, ਕਰਨਾਲ ਦੀ ਰਹਿਣ ਵਾਲੀ ਸੀ, ਤਾਂ ਹਰਿਆਣਾ ਸਰਕਾਰ ਨੇ ਉਸ ਦੀ ਯਾਦ ਵਿੱਚ ਕਲਪਨਾ ਚਾਵਲਾ ਤਾਰਾ ਮੰਡਲ ਦੀ ਸਥਾਪਨਾ ਕੀਤੀ ਸੀ। ਹਾਂਜੀ, ਮੇਰੇ ਲਈ ਪੂਰੀ ਦੁਨੀਆ ਹੀ ਮੇਰੀ ਮਾਤ ਭੂਮੀ ਹੈ, ਸਮੁੱਚਾ ਬ੍ਰਹਿਮੰਡ ਮੇਰਾ ਪਰਿਵਾਰ ਹੈ। ਇਹ ਵਿਚਾਰ ਕਿਸ ਦੇ ਸਨ? ਕਲਪਨਾ ਚਾਵਲਾ ਦੇ। ਕਲਪਨਾ ਚਾਵਲਾ ਦਾ ਜਨਮ ਕਦੋਂ ਹੋਇਆ? 1 ਜੁਲਾਈ 1961 ਨੂੰ। ਕਲਪਨਾ ਚਾਵਲਾ ਦੇ ਮਾਤਾ ਪਿਤਾ ਦਾ ਕੀ ਨਾਮ ਸੀ? ਮਾਤਾ ਦਾ ਨਾਮ ਸ਼੍ਰੀਮਤੀ ਸੰਯੁਕਤਾ ਅਤੇ ਪਿਤਾ ਸ਼੍ਰੀ ਬਨਾਰਸੀ ਲਾਲ। ਕਲਪਨਾ ਚਾਵਲਾ ਨੂੰ ਸਾਰੇ ਪਿਆਰ ਨਾਲ ਕੀ ਕਹਿੰਦੇ ਸਨ? ਮੋਂਟੂ। ਕਲਪਨਾ ਚਾਵਲਾ ਦਾ ਮੁੱਢਲਾ ਸਮਾਂ ਕਿੱਥੇ ਬੀਤਿਆ? ਮਾਡਲ ਟਾਊਨ, ਕਰਨਾਲ ਵਾਲੇ ਘਰ। ਕਲਪਨਾ ਚਾਵਲਾ ਘਰ ਦੀ ਛੱਤ ਉੱਤੇ ਲੇਟੇ ਲੇਟੇ ਕਿਹੜੀ ਦੁਨੀਆ ਬਾਰੇ ਸੋਚਦੀ ਰਹਿੰਦੀ ਸੀ? ਚੰਨ ਤਾਰਿਆਂ ਦੀ ਰਹੱਸਮਈ ਦੁਨੀਆ ਬਾਰੇ ਸੋਚਦੀ ਸੀ। ਕਲਪਨਾ ਚਾਵਲਾ ਦਾ ਪਰਿਵਾਰ ਕਿਹੋ ਜਿਹੇ ਵਿਚਾਰਾਂ ਵਾਲਾ ਸੀ? ਧਾਰਮਿਕ ਵਿਚਾਰਾਂ ਵਾਲਾ। ਕਲਪਨਾ ਚਾਵਲਾ ਨੇ 10ਵੀਂ ਦੀ ਪ੍ਰੀਖਿਆ ਕਿੱਥੋਂ ਪਾਸ ਕੀਤੀ? ਟੈਗੋਰ ਬਾਲ ਨਿਕੇਤਨ ਸਕੂਲ, ਕਰਨਾਲ ਤੋਂ। ਕਲਪਨਾ ਚਾਵਲਾ ਨੇ BE ਦੀ ਡਿਗਰੀ ਕਿੱਥੋਂ ਪਾਸ ਕੀਤੀ? ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ। ਕਲਪਨਾ ਚਾਵਲਾ ਨੇ ਮਾਸਟਰ ਇਨ ਐਰੋਨਾਟੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਿੱਥੋਂ ਕੀਤੀ? ਟੈਕਸਾਸ ਯੂਨੀਵਰਸਿਟੀ, ਅਮਰੀਕਾ ਤੋਂ। ਕਲਪਨਾ ਚਾਵਲਾ ਨੇ PhD ਦੀ ਡਿਗਰੀ ਕਿੱਥੋਂ ਪਾਸ ਕੀਤੀ? ਯੂਨੀਵਰਸਿਟੀ ਆਫ ਕੋਲੋਰੇਡੋ, ਬੋਲਦਰ ਤੋਂ। ਇਹ ਸਾਰੀਆਂ ਉਹਦੀਆਂ ਐਜੂਕੇਸ਼ਨ, ਉਹਦੇ ਸ਼ਹਿਰ ਸਾਰੇ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਸਭ ਤੋਂ ਪਹਿਲਾਂ ਜਿਹੜੀ ਪਹਿਲੀ ਸਿੱਖਿਆ ਸੀ 10ਵੀਂ ਤੱਕ ਉਹਨੇ ਕਰਨਾਲ ਤੋਂ ਹੀ ਪਾਸ ਕੀਤੀ। ਫਿਰ BE ਦੀ ਡਿਗਰੀ ਉਹਨੇ ਚੰਡੀਗੜ੍ਹ ਤੋਂ ਪਾਸ ਕੀਤੀ ਇੰਜੀਨੀਅਰਿੰਗ ਕਾਲਜ ਤੋਂ। ਫਿਰ ਮਾਸਟਰ ਦੀ ਡਿਗਰੀ ਉਸਨੇ ਅਮਰੀਕਾ ਤੋਂ ਕੀਤੀ। ਫਿਰ PhD ਦੀ ਡਿਗਰੀ ਉਸਨੇ ਬੋਲਦਰ ਯੂਨੀਵਰਸਿਟੀ ਆਫ ਕੋਲੋਰੇਡੋ। ਕਲਪਨਾ ਚਾਵਲਾ ਦਾ ਵਿਆਹ ਕਿਸ ਨਾਲ ਹੋਇਆ? ਜੀਨ ਪੀਅਰ ਹੈਰੀਸਨ ਨਾਲ। ਕਲਪਨਾ ਚਾਵਲਾ ਨੇ ਨਾਸਾ ਵਿੱਚ ਕੰਮ ਕਰਨਾ ਕਦੋਂ ਸ਼ੁਰੂ ਕੀਤਾ? 1988 ਵਿੱਚ। ਜਦੋਂ ਉਸਨੇ ਆਪਣੀ ਪੜ੍ਹਾਈ ਪੂਰੀ ਕਰ ਰਹੀ ਸੀ PhD, ਤਾਂ ਉਸ ਵੇਲੇ ਉਸਨੇ ਨਾਸਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ 1988 ਵਿੱਚ। ਕਲਪਨਾ ਨਾਸਾ ਵਿੱਚ ਕਿਹੜੇ ਮਿਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਅਤੇ ਖੋਜ ਵਿਗਿਆਨੀ ਸੀ? ਓਵਰ ਮੈਥਡਨ ਇੱਕ ਮਿਸ਼ਨ ਦੀ। ਕਲਪਨਾ ਪਹਿਲੇ ਧਰਤੀ ਦੁਆਲੇ ਯਾਤਰਾ ਮਿਸ਼ਨ ਵਿੱਚ ਕਦੋਂ ਚੁਣੀ ਗਈ? 1996 ਵਿੱਚ। ਮਿਸ਼ਨ STS-87 ਕਦੋਂ ਸ਼ੁਰੂ ਹੋਇਆ? 19 ਨਵੰਬਰ 1997। 1996 ਵਿੱਚ ਉਹ ਚੁਣੀ ਗਈ, ਅਤੇ ਕਦੋਂ ਉਹਨੇ ਜਾਣਾ ਸੀ, ਕਦੋਂ ਸ਼ੁਰੂ ਹੋਇਆ ਮਿਸ਼ਨ STS-87? 1997। ਹਾਂਜੀ, ਮਿਸ਼ਨ STS-87 ਬੇਟੇ, ਹੁਣ ਜਿਵੇਂ STS-87 ਮੈਂ ਬੋਲਦੀ ਹਾਂ ਤਾਂ ਇਟ ਮੀਨਸ ਇਹ ਅੰਡਰਸਟੂਡ ਹੀ ਹੈ ਵੀ ਇਹ ਜਦੋਂ ਪਹਿਲੀ ਵਾਰ ਗਈ ਸੀ ਉਹਦਾ ਮਿਸ਼ਨ ਸੀ, ਉਹਦਾ ਉਦੇਸ਼ ਕੀ ਸੀ? ਪੁਲਾੜ ਦੇ ਵਿੱਚ ਸਪਾਰਟਨ ਸੈਟੇਲਾਈਟ ਨਾਂ ਦੀ ਉਪਗ੍ਰਹਿ ਨੂੰ ਗ੍ਰਹਿ ਪੰਧ 'ਤੇ ਪਾਉਣਾ ਸੀ। ਉਸ ਦਾ ਉਦੇਸ਼ ਕੀ ਸੀ? ਇੱਕ ਸਪਾਰਟਨ ਸੈਟੇਲਾਈਟ ਨਾਂ ਦੀ ਉਪਗ੍ਰਹਿ ਨੂੰ ਗ੍ਰਹਿ ਪੰਧ 'ਤੇ ਪਾਉਣਾ ਸੀ। ਕਲਪਨਾ ਚਾਵਲਾ ਨੇ ਆਪਣੀ ਪੁਲਾੜ ਯਾਤਰਾ ਦਰਮਿਆਨ ਕਿਹੜੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਸੀ? ਸ਼੍ਰੀ ਇੰਦਰ ਕੁਮਾਰ ਗੁਜਰਾਲ ਨਾਲ। ਜਦੋਂ ਤੁਸੀਂ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਵੋਗੇ ਤਾਂ ਹੀ ਤੁਸੀਂ ਆਪਣੀ ਮੰਜ਼ਿਲ 'ਤੇ ਪਹੁੰਚਣ ਵਿੱਚ ਕਾਮਯਾਬ ਹੋਵੋਗੇ। ਇਹ ਸ਼ਬਦ ਕਿਸ ਨੇ ਕਹੇ ਸੀ? ਕਲਪਨਾ ਚਾਵਲਾ ਨੇ। ਪੁਲਾੜ ਵਿੱਚ ਯਾਤਰਾ ਕਰਨ ਵਾਲੀ ਪਹਿਲੀ ਭਾਰਤੀ ਔਰਤ ਕੌਣ ਸੀ? ਕਲਪਨਾ ਚਾਵਲਾ। ਹਾਂਜੀ, ਹੁਣ ਮਿਸ਼ਨ STS-87 ਤਾਂ ਹੋ ਗਿਆ, ਉਹਦਾ ਉਦੇਸ਼ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਉਹਨੇ ਇੱਕ ਸਪਾਰਟਨ ਸੈਟੇਲਾਈਟ ਨਾਂ ਦੇ ਉਪਗ੍ਰਹਿ ਨੂੰ ਗ੍ਰਹਿ ਪੰਧ 'ਤੇ ਪਾਉਣਾ ਸੀ। ਹੁਣ ਮਿਸ਼ਨ STS-107 ਦਾ ਉਦੇਸ਼ ਕੀ ਸੀ? ਧਰਤੀ ਅਤੇ ਪੁਲਾੜ ਵਿਗਿਆਨੀ ਅਧਿਐਨ ਦਾ ਵਿਸਥਾਰਪੂਰਵਕ ਖੋਜ ਕਾਰਜ ਕਰਨਾ। ਧਰਤੀ ਅਤੇ ਪੁਲਾੜ, ਧਰਤੀ ਤਾਂ ਆਪਣੀ ਨੀਚੇ ਲਈ ਹੋ ਗਈ, ਪੁਲਾੜ ਵਿਗਿਆਨ ਉੱਪਰ ਵਾਲਾ, ਇਹਦਾ ਵਿਸਥਾਰਪੂਰਵਕ ਉੱਥੇ ਖੋਜ ਕਰਕੇ ਆਉਣੀ, ਜਿਸ ਦੇ ਲਈ ਉਹਨਾਂ ਨੇ 80 ਪ੍ਰਯੋਗ ਕੀਤੇ ਸੀ। ਮਿਸ਼ਨ STS-87 ਦੇ ਕੰਮ ਨੂੰ ਪੂਰਾ ਕਰਨ ਲਈ ਕਲਪਨਾ ਚਾਵਲਾ ਕਿਸ ਪੁਲਾੜ ਜਹਾਜ਼ 'ਤੇ ਪੁਲਾੜ ਵਿੱਚ ਗਈ ਸੀ? ਕੋਲੰਬੀਆ ਦੇ। ਕਿੰਨਾ ਦਾ ਸੀਗਾ ਉਹ ਪੁਲਾੜ, ਜਿਹੜਾ ਯਾਨ ਸੀਗਾ ਉਹ ਕੋਲੰਬੀਆ ਦਾ। ਕਲਪਨਾ ਚਾਵਲਾ ਕੋਲੰਬੀਆ ਪੁਲਾੜ ਜਹਾਜ਼ ਵਿੱਚ ਕਦੋਂ ਪੁਲਾੜ ਵਿੱਚ ਪਹੁੰਚੀ ਸੀ? 16 ਜਨਵਰੀ 2003 ਨੂੰ। ਕਲਪਨਾ ਚਾਵਲਾ ਕਿੰਨੇ ਦਿਨ ਪੁਲਾੜ ਵਿੱਚ ਰਹਿਣ ਤੋਂ ਬਾਅਦ ਧਰਤੀ 'ਤੇ ਵਾਪਸ ਪਰਤ ਰਹੀ ਸੀ? 16 ਦਿਨਾਂ ਬਾਅਦ 1 ਫਰਵਰੀ 2003 ਨੂੰ ਵਾਪਸ ਪਰਤ ਰਹੀ ਸੀ। ਕੋਲੰਬੀਆ ਪੁਲਾੜ ਜਹਾਜ਼ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਤੋਂ ਕਿੰਨੀ ਦੇਰ ਪਹਿਲਾਂ ਠੀਕ ਲੱਗ ਰਿਹਾ ਸੀ? 16 ਮਿੰਟ ਪਹਿਲਾਂ ਤਾਂ ਬਿਲਕੁਲ ਠੀਕ ਲੱਗ ਰਿਹਾ ਸੀ। ਜਦੋਂ ਹਲੇ ਧਰਤੀ ਵਾਯੂਮੰਡਲ ਦੇ ਵਿੱਚ ਪਹੁੰਚਣ ਸਿਰਫ 16 ਮਿੰਟ ਰਹਿ ਗਏ ਸੀ, ਉਦੋਂ ਤਾਂ ਬਿਲਕੁਲ ਜਹਾਜ਼ ਠੀਕ ਲੱਗ ਰਿਹਾ ਸੀ, ਜਿਹੜਾ ਯਾਨ ਸੀ। ਕੋਲੰਬੀਆ ਪੁਲਾੜ ਜਹਾਜ਼ ਕਦੋਂ ਤਬਾਹ ਹੋ ਗਿਆ ਅਤੇ ਕਿਵੇਂ? 1 ਫਰਵਰੀ 2003 ਨੂੰ ਸ਼ਾਮ 7:30 ਵਜੇ ਇੱਕ ਧਮਾਕੇ ਦੇ ਨਾਲ ਇੱਕ ਧਮਾਕਾ ਹੋਇਆ ਅਤੇ ਉਹ ਤਬਾਹ ਹੋ ਗਿਆ। ਕੋਲੰਬੀਆ ਪੁਲਾੜ ਜਹਾਜ਼ ਵਿੱਚ ਕਿੰਨੇ ਵਿਗਿਆਨੀ ਦੀ ਮੌਤ ਹੋਈ? ਦੇਖੋ, ਜਿਹਦਾ ਕਲਪਨਾ ਚਾਵਲਾ ਸਮੇਤ 7 ਵਿਗਿਆਨੀ, ਜਿਹਦਾ ਕਲਪਨਾ ਚਾਵਲਾ ਦੇ ਨਾਲ ਆਇਆ ਕੁਐਸਚਨ ਤਾਂ ਕਲਪਨਾ ਚਾਵਲਾ ਦੇ ਨਾਲ 6 ਵਿਗਿਆਨੀ, ਜੇ ਕਲਪਨਾ ਚਾਵਲਾ ਸਮੇਤ ਹੈ ਫਿਰ 7 ਵਿਗਿਆਨੀ।
हाँ जी, ਜਦੋਂ ਵੀ ਮੇਰੇ ਮਰਨ ਦਾ ਸਮਾਂ ਆਵੇਗਾ ਮੈਂ ਪਲਾਟ ਵਿੱਚ ਹੀ ਮਰਨਾ ਪਸੰਦ ਕਰਾਂਗੀ। ਇਹ ਸ਼ਬਦ ਕਿਸ ਨੇ ਕਹੇ ਸਨ? ਕਲਪਨਾ ਚਾਵਲਾ ਨੇ। ਹਾਂਜੀ, ਹੁਣ ਛੋਟੇ ਪ੍ਰਸ਼ਨ ਦੇ ਉੱਤਰ ਇਹ ਆਪਾਂ ਕਰਨੇ। ਇਹਦੇ ਵਿੱਚੋਂ ਸਿਰਫ ਤੁਹਾਨੂੰ ਛੋਟੇ ਪ੍ਰਸ਼ਨ ਹੀ ਆਣੇ, ਵੱਡੇ ਪ੍ਰਸ਼ਨ ਨਹੀਂ ਆਣੇ। ਪੁਲਾੜ ਵਿਗਿਆਨੀ ਕਲਪਨਾ ਚਾਵਲਾ ਦਾ ਬਚਪਨ ਕਿਸ ਤਰ੍ਹਾਂ ਬੀਤਿਆ? ਪੁਲਾੜ ਵਿਗਿਆਨੀ ਕਲਪਨਾ ਚਾਵਲਾ ਦਾ ਬਚਪਨ ਕਰਨਾਲ ਸਥਿਤ ਮਾਡਲ ਟਾਊਨ ਵਾਲੇ ਘਰ ਵਿੱਚ ਚੰਨ ਤਾਰਿਆਂ ਦੀ ਰਹੱਸਮਈ ਦੁਨੀਆ ਬਾਰੇ ਸੋਚਦਿਆਂ ਬੀਤਿਆ ਸੀ। ਉਸਨੇ ਸਾਰਾ ਦਿਨ ਉਹ ਘਰ ਦੀ ਛੱਤ 'ਤੇ ਬੈਠੀ ਚੰਨ ਤਾਰਿਆਂ ਦੀ ਦੁਨੀਆ ਬਾਰੇ ਸੋਚਦੀ ਸੀ ਵੀ ਕਿੱਥੋਂ ਲਾਈਟ ਆਉਂਦੀ ਹੈ, ਕਿਵੇਂ ਖੜ੍ਹੇ ਹੈ। ਉਸਨੇ ਇਸ ਲਈ ਚੌਥੀ ਜਮਾਤ ਵਿੱਚ ਇੱਕ ਸਪੇਸ ਸ਼ਟਲ ਦਾ ਮਾਡਲ ਬਣਾਇਆ ਸੀ। ਉਸਨੇ ਉਦੋਂ ਹੀ ਇਹ ਕਿਹਾ ਸੀ ਕਿ ਵੱਡੀ ਹੋ ਕੇ ਉਹ ਇਸ ਤਰ੍ਹਾਂ ਦੇ ਸਪੇਸ ਸ਼ਟਲ ਵਿੱਚ ਯਾਤਰਾ ਕਰੇਗੀ। ਅਤੇ ਉਸਨੇ ਆਪਣੀ 10ਵੀਂ ਦੀ ਪ੍ਰੀਖਿਆ ਟੈਗੋਰ ਬਾਲ ਨਿਕੇਤਨ ਸਕੂਲ ਕਰਨਾਲ ਤੋਂ ਪਾਸ ਕੀਤੀ। ਪਰਿਵਾਰਿਕ ਮਾਹੌਲ ਦਾ ਸਾਹਮਣਾ ਕਲਪਨਾ ਨੇ ਕਿਸ ਤਰ੍ਹਾਂ ਕੀਤਾ? ਕਿਉਂਕਿ ਉਹਨਾਂ ਦਾ ਪਰਿਵਾਰ ਬੜਾ ਸਧਾਰਨ ਅਤੇ ਧਾਰਮਿਕ ਸੀਗਾ, ਜਿਸ ਦੇ ਕਾਰਨ ਐਡਾ ਵੱਡਾ ਸੁਪਨਾ ਉਹਨਾਂ ਦੇ ਪਰਿਵਾਰ ਨੇ ਨਹੀਂ ਸੋਚਿਆ ਹੋਇਆ ਸੀ। ਕਲਪਨਾ ਬਚਪਨ ਤੋਂ ਹੀ ਆਪਣੀ ਅੱਖਾਂ ਵਿੱਚ ਇੱਕ ਵੱਡਾ ਸੁਪਨਾ ਸੰਜੋਈ ਬੈਠੀ ਸੀ। ਉਸਦੇ ਪਿਤਾ ਜੀ ਉਸ ਨੂੰ ਅਧਿਆਪਕ ਜਾਂ ਡਾਕਟਰੀ ਪੇਸ਼ੇ ਵੱਲ ਭੇਜਣਾ ਚਾਹੁੰਦੇ ਸਨ, ਪਰ ਉਹ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਬੈਚਲਰ ਆਫ ਇੰਜੀਨੀਅਰਿੰਗ ਦੀ ਡਿਗਰੀ ਕਰਨਾ ਚਾਹੁੰਦੀ ਸੀ। ਕਲਪਨਾ ਨੇ ਬੜੀ ਮੁਸ਼ਕਲ ਨਾਲ ਆਪਣੇ ਮਾਤਾ ਪਿਤਾ ਨੂੰ ਮਨਾਇਆ। ਉਹ ਆਪਣੇ ਵੱਡੇ ਸੁਪਨੇ ਨੂੰ ਸਾਕਾਰ ਕਰਨ ਲਈ ਖੂਬ ਪੜ੍ਹਾਈ ਕਰ ਰਹੀ ਸੀ ਅਤੇ ਉਹ ਸਪੇਸ ਇੰਜੀਨੀਅਰ ਬਣ ਕੇ ਹਵਾ ਵਿੱਚ ਉੱਡਣਾ ਚਾਹੁੰਦੀ ਸੀ। ਆਪਣੇ ਮਾਂ-ਬਾਪ ਨੂੰ ਰਾਜ਼ੀ ਕਰਕੇ ਉਸਨੇ 4 ਸਾਲ ਦੀ ਸਖਤ ਮਿਹਨਤ ਤੋਂ ਬਾਅਦ 1982 ਵਿੱਚ BE ਦੀ ਡਿਗਰੀ ਪਹਿਲੇ ਦਰਜੇ ਵਿੱਚ ਪਾਸ ਕੀਤੀ ਅਤੇ ਫਿਰ ਉਸਨੇ ਆਪਣੇ 1982 ਵਿੱਚ ਆਪਣੇ ਮਾਪਿਆਂ ਨਾਲ ਬੜੀ ਜੱਦੋ-ਜਹਿਦ ਕਰਕੇ ਅਮਰੀਕਾ ਦੇ ਵਿੱਚ ਮਾਸਟਰ ਦੀ ਡਿਗਰੀ ਕਰਨ ਲਈ ਚਲੀ ਗਈ। ਕਲਪਨਾ ਪਹਿਲੀ ਵਾਰ ਪੁਲਾੜ ਵਿੱਚ ਕਦੋਂ ਗਈ ਅਤੇ ਇਸ ਮਿਸ਼ਨ ਦਾ ਉਦੇਸ਼ ਕੀ ਸੀ? ਕਲਪਨਾ ਪਹਿਲੀ ਵਾਰ ਕਦੋਂ ਗਈ ਸੀ ਪੁਲਾੜ ਦੇ ਵਿੱਚ? 1996 ਵਿੱਚ। ਇਹ ਡੇਟਾਂ ਯਾਦ ਹੋਣੀ ਚਾਹੀਦੀਆਂ ਬੇਟੇ ਤੁਹਾਨੂੰ। 1996 ਵਿੱਚ ਧਰਤੀ ਦੁਆਲੇ ਮਿਸ਼ਨ ਵਿੱਚ ਸਪੇਸ ਸ਼ਟਲ ਦੇ ਮਹੱਤਵਪੂਰਨ ਮੈਂਬਰ ਵਜੋਂ ਚੁਣੀ ਗਈ ਅਤੇ 1996 ਵਿੱਚ ਚੁਣੀ ਗਈ ਅਤੇ 1997 ਦੇ ਵਿੱਚ ਜਿਹੜਾ ਮਿਸ਼ਨ ਸੀ ਸਟਾਰਟ ਹੋ ਗਿਆ, STS-87। ਇਸ ਮਿਸ਼ਨ ਦਾ ਉਦੇਸ਼ ਕੀ ਸੀ? ਕਿ ਪੁਲਾੜ ਵਿੱਚ ਸਪਾਰਟਨ ਸੈਟੇਲਾਈਟ ਨਾਂ ਦੇ ਉਪਗ੍ਰਹਿ ਨੂੰ ਗ੍ਰਹਿ ਪੰਧ 'ਤੇ ਪਾਉਣਾ ਸੀ। ਪੁਲਾੜ ਦੇ ਕਿਹੜੇ ਰਹੱਸਾਂ ਦਾ ਭੇਦ ਕਲਪਨਾ ਲਈ ਪ੍ਰੇਰਨਾ ਸਰੋਤ ਬਣਿਆ? ਕਿਹੜਾ ਰਹੱਸ ਸੀ? ਪੁਲਾੜ ਦੇ ਚੰਨ ਤਾਰਿਆਂ ਦੀ ਰਹੱਸ ਦਾ ਭੇਦ ਕਲਪਨਾ ਲਈ ਪ੍ਰੇਰਨਾ ਸਰੋਤ ਬਣਿਆ। ਉਹ ਸਪੇਸ ਇੰਜੀਨੀਅਰ ਬਣ ਕੇ ਪੁਲਾੜ ਵਿੱਚ ਚੰਨ ਤਾਰਿਆਂ ਦੀ ਰਹੱਸ ਬਾਰੇ ਜਾਣਨਾ ਚਾਹੁੰਦੀ ਸੀ। ਉਹ ਇਹ ਦੇਖਦੀ ਸੀ ਵੀ ਚੰਨ ਤਾਰੇ ਕਿੱਥੋਂ ਆਉਂਦੇ ਹਨ, ਇਹਨਾਂ 'ਚ ਰੋਸ਼ਨੀ ਇੰਨੇ ਟਿਮਟਿਮਾਉਂਦੇ ਕਿਵੇਂ ਹਨ। ਇਸ ਰਹੱਸ ਦੀ ਜਾਣਕਾਰੀ ਇਹੀ ਉਹਦੇ ਲਈ ਇੱਕ ਪ੍ਰੇਰਨਾ ਸਰੋਤ ਬਣੀ ਅਤੇ ਵੱਡੀ ਹੋ ਕੇ ਉਸਨੇ ਇੰਨੀ ਮਿਹਨਤ ਕੀਤੀ ਕਿ ਇੱਕ ਦਿਨ ਉਹ ਪੁਲਾੜ ਵਿੱਚ ਪਹੁੰਚ ਗਈ। ਉਹ ਤਰਲ ਪਦਾਰਥਾਂ ਦੀ ਗਤੀ ਵਿਗਿਆਨ, ਧਰਤੀ ਤੋਂ ਸਿੱਧੀ ਚੜ੍ਹਾਈ ਅਤੇ ਉਤਰਾਈ ਨਾਲ ਸੰਬੰਧਿਤ ਤਕਨੀਕ ਤਿਆਰ ਕਰਨਾ ਅਤੇ ਉਸਨੂੰ ਲਾਗੂ ਕਰਨਾ ਚਾਹੁੰਦੀ ਸੀ। ਉਹ ਇਹ ਦੇਖਦੀ ਸੀ ਵੀ ਕਿਵੇਂ ਸਿੱਧਾ ਹੀ ਧਰਤੀ ਤੋਂ ਪੁਲਾੜ ਦੇ ਉੱਤੇ ਜਾਇਆ ਜਾਂਦਾ ਹੈ ਅਤੇ ਕਿਵੇਂ ਉੱਥੋਂ ਵਾਪਸ ਆ ਜਾਂਦਾ ਹੈ। ਪੁਲਾੜ ਵਿੱਚ ਗੁਰੂਤਾ ਬਲ ਦੀ ਕਮੀ ਦੇ ਕਾਰਨ ਮਨੁੱਖੀ ਸਰੀਰ ਦੇ ਅੰਗ ਉੱਪਰ ਆਪਣੇ ਆਪ ਕਿਰਿਆਸ਼ੀਲ ਹੋਣ ਲੱਗ ਜਾਂਦੇ ਹਨ। ਕਲਪਨਾ ਇਹਨਾਂ ਕਿਰਿਆਵਾਂ ਦਾ ਅਧਿਐਨ ਕਰਨਾ ਚਾਹੁੰਦੀ ਸੀ। ਇਹ ਸਾਰੇ ਜਿਹੜੇ ਸੀਗੇ ਰਹੱਸ ਸੀ ਉਹਦੇ ਲਈ ਪ੍ਰੇਰਨਾ ਸਰੋਤ ਬਣੇ। ਕਲਪਨਾ ਚਾਵਲਾ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਨਾ ਲੈਣੀ ਚਾਹੀਦੀ ਹੈ? ਕਲਪਨਾ ਚਾਵਲਾ ਦੇ ਜੀਵਨ ਤੋਂ ਸਾਨੂੰ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਹਰ ਕੰਮ ਕਿਸੇ ਨਾ ਕਿਸੇ ਉਦੇਸ਼ ਲਈ ਕਰਨਾ ਚਾਹੀਦਾ। ਹੁਣ ਆਪਾਂ ਪੜ੍ਹਾਈ ਕਰਦੇ ਹਾਂ ਤਾਂ ਵੀ ਆਪਣਾ ਇੱਕ ਉਦੇਸ਼ ਹੈ ਵੀ ਆਪਾਂ ਵੱਡੇ ਹੋ ਕੇ ਕੁਛ ਬਣਨਾ ਹੈ। ਇਸ ਤਰ੍ਹਾਂ ਹੀ ਕਲਪਨਾ ਚਾਵਲਾ ਕਹਿੰਦੀ ਸੀ ਜੀਵਨ 'ਚ ਕੋਈ ਵੀ ਕੰਮ ਕਰਨਾ ਤਾਂ ਤੁਹਾਨੂੰ ਆਪਣਾ ਇੱਕ ਉਦੇਸ਼ ਹੋਣਾ ਚਾਹੀਦਾ ਹੈ। ਆਪਣਾ ਕੰਮ ਪੂਰੀ ਲਗਨ ਨਾਲ ਕੀਤਾ ਜਾਣਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਵਾਂਗੇ ਤਾਂ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਣ ਵਿੱਚ ਵੀ ਕਾਮਯਾਬ ਹੋਵਾਂਗੇ। ਕਹਿੰਦੇ ਕਿਉਂਕਿ ਜਿਸ ਕੰਮ ਨੂੰ ਕਰਨ ਦੀ ਆਪਣੀ ਇੱਛਾ ਹੁੰਦੀ ਆ ਤਾਂ ਉਸ ਕੰਮ 'ਚ ਆਪਾਂ ਮਿਹਨਤ ਕਰਦੇ ਹਾਂ, ਸਾਨੂੰ ਮਜ਼ਾ ਵੀ ਆਉਂਦਾ ਹੈ ਉਸ ਕੰਮ ਨੂੰ ਅਤੇ ਅਸੀਂ ਕਾਮਯਾਬ ਵੀ ਹੁੰਦੇ ਹਾਂ। ਕਲਪਨਾ ਚਾਵਲਾ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਕੰਮ ਕੀਤਾ ਅਤੇ ਸਫਲਤਾ ਹਾਸਲ ਕੀਤੀ। ਇਸ ਤਰ੍ਹਾਂ ਸਾਨੂੰ ਵੀ ਆਪਣੇ ਦ੍ਰਿੜ ਇਰਾਦੇ ਨਾਲ ਕੰਮ ਕਰਦਿਆਂ ਜੀਵਨ ਦੇ ਹਰ ਮੁਕਾਮ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਇਹ ਤਾਂ ਬੇਟੇ ਪ੍ਰਸ਼ਨ ਉੱਤਰ ਸੀ ਕਲਪਨਾ ਚਾਵਲਾ ਦੇ ਜੀਵਨ ਬਾਰੇ ਵੀ ਕਲਪਨਾ ਚਾਵਲਾ ਨੇ ਆਪਣੇ ਜੀਵਨ ਦੇ ਵਿੱਚ ਕਿਵੇਂ ਸੰਘਰਸ਼ ਕਰਦਿਆਂ